ਮਿੰਟੂ ਜੀ ਸੁਣਨ 'ਚ ਆ ਰਿਹਾ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਹੋ ਗਈ, ਕੀ ਮਾਜਰਾ ਹੈ ਜੀ? ਸਜ਼ਾ ਤੇ ਦਲੇਰ ਮਹਿੰਦੀ ਨੂੰ ਕਾਫੀ ਸਮਾਂ ਪਹਿਲਾਂ ਹੀ ਹੋ ਗਈ ਸੀਗੀ, ਪਰ ਸਜ਼ਾ ਕੀ ਆ ਕਿ ਇੰਡੀਆ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਜੁਡੀਸ਼ਰੀ ਦਾ ਸਿਸਟਮ ਹੈ, ਜਿੱਦਾਂ ਲੋਅਰ ਕੋਰਟ ਦੇ ਵਿੱਚ ਸਜ਼ਾ ਹੁੰਦੀ ਹੈ 3 ਸਾਲ ਤੋਂ ਥੱਲੇ ਜਾਂ 3 ਸਾਲ ਤੱਕ, ਤਾਂ ਤੁਰੰਤ ਜ਼ਮਾਨਤ ਮਿਲ ਜਾਂਦੀ ਹੈ। ਤਾਂ ਜ਼ਮਾਨਤ ਮਿਲ ਗਈ ਸੀ, ਫਿਰ ਬਾਅਦ ਦੇ ਵਿੱਚ ਇੱਕ ਟਾਈਮ ਦਿੱਤਾ ਜਾਂਦਾ, ਇੱਕ ਵਕਫਾ ਦਿੱਤਾ ਜਾਂਦਾ ਕਿ ਇੰਨੇ ਦਿਨਾਂ ਦੇ ਅੰਦਰ ਅੰਦਰ ਤੁਸੀਂ ਜਾ ਕੇ ਸੈਸ਼ਨ ਕੋਰਟ 'ਚ ਅਪੀਲ ਕਰਨੀ ਹੈ। 30 ਦਿਨ ਦਾ ਟਾਈਮ ਹੁੰਦਾ ਹੈ, ਤਾਂ ਉਸ ਤੋਂ ਬਾਅਦ ਸਜ਼ਾ ਸਟੇ ਹੋ ਜਾਂਦੀ ਹੈ, ਕੇਸ ਚੱਲਦਾ ਰਹਿੰਦਾ ਹੈ। ਤਾਂ ਉੱਥੇ ਗਵਾਹੀਆਂ ਦੁਬਾਰਾ ਨਹੀਂ ਹੁੰਦੀਆਂ, ਸਿਰਫ ਆਰਗੂਮੈਂਟ ਹੁੰਦਾ ਹੈ ਫਾਈਨਲ। ਤਾਂ ਉਹ ਸਜ਼ਾ ਫਿਰ ਰਹਿਣੀ ਹੈ ਜਾਂ ਸਜ਼ਾ ਜਿਹੜੀ ਹੈ ਉਹ ਰੱਦ ਹੋਣੀ ਆ, ਕੋਰਟ ਤੈਅ ਕਰ ਦਿੰਦਾ ਇਹਨਾਂ ਦੀ ਸਜ਼ਾ ਰਹਿ ਗਈ। ਇਹਦਾ ਮਤਲਬ ਇਹ ਆ ਕਿ ਹਾਲ ਦੀ ਘੜੀ ਉਹ ਜਿਵੇਂ ਕਹਿੰਦੇ ਨਾ ਕਿ ਜੀਪਾਂ ਮੁੜ ਗਈਆਂ ਕਚਹਿਰੀ ਵਿੱਚੋਂ ਖਾਲੀ ਤੇ ਮਿੱਤਰਾਂ ਨੂੰ ਕੈਦ ਬੋਲ ਗਈ, ਹਾਲ ਦੀ ਘੜੀ ਕੈਦ ਬੋਲ ਗਈ ਆ। ਵੈਸੇ ਤੁਹਾਨੂੰ ਪਤਾ ਸੈਲੀਬ੍ਰਿਟੀਜ਼ ਵਾਸਤੇ ਕਈ ਵਾਰ ਬੜੇ ਚਮਤਕਾਰ ਹੋ ਜਾਂਦੇ ਆ। ਸਲਮਾਨ ਖਾਨ ਵਾਸਤੇ ਇੱਕ ਵਾਰੀ ਬਾਬਾ ਰੌਲ ਕਾਲਜ ਦੇ ਵਿੱਚ ਹਾਈ ਕੋਰਟ ਖੁੱਲ੍ਹ ਗਿਆ ਸੀਗਾ। ਇਹਨਾਂ ਦੀ ਕਿਸਮਤ ਖੁੱਲ੍ਹਦੀ ਹੈ ਕਿ ਨਹੀਂ ਖੁੱਲ੍ਹਦੀ ਪਤਾ ਨਹੀਂ ਹੈ, ਪਰ ਹਾਲ ਦੀ ਘੜੀ ਕਸਟਡੀ 'ਚ ਲੈ ਲਿਆ ਗਿਆ ਹੈ ਦਲੇਰ ਮਹਿੰਦੀ ਨੂੰ। ਮਾਮਲਾ ਜਿਹੜਾ ਹੈ ਉਹ ਖਾਸਾ ਪੁਰਾਣਾ ਹੈ, ਤਕਰੀਬਨ ਲਾ ਲਓ ਕਿ 18-19 ਸਾਲ ਪੁਰਾਣਾ। ਇੱਕ ਵਿਅਕਤੀ ਸਾਹਮਣੇ ਆਇਆ ਸੀਗਾ, ਕਹਿੰਦਾ ਕਿ ਇਹ ਜੀ ਕਬੂਤਰਬਾਜ਼ੀ ਕਰਦੇ ਆ, ਮੇਰੇ ਤੋਂ ਪੈਸੇ ਲੈ ਲਏ ਆ ਤੇ ਮੈਨੂੰ ਛੱਡ ਕੇ ਨਹੀਂ ਆਏ ਜੀ। ਉਸ ਤੋਂ ਬਾਅਦ ਫਿਰ ਇਹਨਾਂ ਦੇ ਭਰਾ ਦੇ ਖਿਲਾਫ ਕੰਪਲੇਂਟ ਦਰਜ ਹੋਈ ਸੀ। ਸਭ ਤੋਂ ਪਹਿਲਾਂ ਸ਼ਮਸ਼ੇਰ ਉਹਦਾ ਨਾਮ ਸੀਗਾ, ਉਸ ਤੋਂ ਬਾਅਦ ਫਿਰ ਦਲੇਰ ਨੂੰ ਵੀ ਨਾਮਜ਼ਦ ਕਰ ਲਿਆ। ਔਰ ਕਿਆ ਉਹ ਮੰਜ਼ਰ ਸੀਗਾ ਜਦੋਂ ਦਲੇਰ ਮਹਿੰਦੀ ਨੂੰ ਥਾਣੇ ਲਿਆਂਦਾ ਗਿਆ ਸੀ ਪਟਿਆਲੇ ਰਾਜਪੁਰਾ ਰੋਡ ਤੇ, ਤਾਂ ਉੱਥੇ ਬੰਦ ਵੀ ਰਿਹਾ ਸੀਗਾ। ਤਾਂ ਹੁਣ ਤਾਂ ਸਾਰੀਆਂ ਤਸਵੀਰਾਂ ਉਦੋਂ ਦੀਆਂ ਜਿਹੜੀਆਂ ਲੋਕਾਂ ਦੇ ਮਨਾਂ 'ਚ ਜ਼ਹਿਨ 'ਚ ਤਾਜ਼ਾ ਹੋ ਗਈਆਂ ਹੋਣਗੀਆਂ। ਤਾਂ ਖੈਰ ਇਹ ਚੱਲਦਾ ਆ, ਮਾਮਲਾ ਚੱਲਦਾ ਆ। ਤੇ ਉਸ ਤੋਂ ਬਾਅਦ ਫਿਰ ਇਹ ਹੋਇਆ ਸੀਗਾ ਕਿ 30 ਦੇ ਕਰੀਬ ਮੇਰੇ ਖਿਆਲ ਦੇ ਨਾਲ 2 ਦਰਜਨ ਤੋਂ ਵੱਧ ਬੰਦੇ ਜਿਹੜੇ ਆ ਗਏ ਸੀਗੇ ਕਿ ਇਹਨਾਂ ਨੇ ਸਾਥੋਂ ਪੈਸੇ ਵੀ ਲਏ ਨੇ ਤੇ ਸਾਨੂੰ ਮਤਲਬ ਕਿ ਉਧਰ ਛੱਡਿਆ ਵੀ ਨਹੀਂ ਹੈ। ਵੈਸੇ ਇਹ ਕਹਿੰਦੇ ਆ ਕਿ ਸੁਣਨ ਦੇ ਵਿੱਚ ਆਇਆ ਕਿ 98-99 ਤੋਂ ਕੰਮ ਚੱਲਿਆ ਸੀ। ਵੈਸੇ ਗਾਇਕੀ ਦੇ ਵਿੱਚ ਇਹ ਦਾਗ ਕੋਈ ਨਵਾਂ ਨਹੀਂ ਹੈ, ਦਾਗ ਹੀ ਪੁਰਾਣੇ ਨੇ। ਜਿੱਦਾਂ ਤੁਸੀਂ ਦੇਖੋਗੇ ਇੱਕ ਸਿੰਗਰ ਸੀਗਾ ਸੁਖਾ, ਇੱਕ ਪੰਛੀ, ਆ ਬਲਕਾਰ ਸਿੱਧੂ ਤੇ ਵੀ ਇਸ ਤਰ੍ਹਾਂ ਦਾ ਇਲਜ਼ਾਮ ਸੀਗਾ ਤੇ ਤਲਵੰਡੀ ਸਾਬੋ ਤੋਂ ਮਿਲਦੀ ਟਿਕਟ ਰਹਿ ਗਈ ਸੀਗੀ। ਸਿੰਗਰਾਂ ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ। ਵੈਸੇ ਕੁਝ ਤੁਹਾਨੂੰ ਪਤਾ ਧਾਰਮਿਕ ਜਥਿਆਂ 'ਚ ਵੀ ਲੋਕ ਇਸ ਤਰ੍ਹਾਂ ਦਾ ਕੰਮ ਕਰ ਜਾਂਦੇ ਆ, ਤਾਂ ਇਹ ਚੱਲਦਾ ਸਾਰਾ ਕੁਝ। ਤਾਂ ਖੈਰ ਦਲੇਰ ਮਹਿੰਦੀ ਵਾਸਤੇ ਇਹ ਸ਼ਾਮ ਜਿਹੜੀ ਆ ਉਹ ਕਹਿ ਲਓ ਕਿ ਬਹੁਤ ਇਸ ਵੇਲੇ ਮਾੜੀ ਚੜ੍ਹੀ ਹੈ। ਤਾਂ ਹੁਣ ਇਹ ਢਲ ਗਈ ਹੈ, ਰਾਤ ਪੈ ਗਈ ਹੈ। ਰਾਤ ਮੈਨੂੰ ਲੱਗਦਾ ਕਿ ਪਟਿਆਲਾ ਜੇਲ੍ਹ 'ਚ ਹੀ ਕੱਟਣੀ ਪੈਣੀ ਆ। ਤਾਂ ਪਟਿਆਲਾ ਜੇਲ੍ਹ 'ਚ ਕੌਣ ਹੈ? ਸਿੱਧੂ ਭਾ ਤੇ ਇਹਨਾਂ ਦਾ ਇੱਕ ਗਾਣਾ ਹੈ ਦਲੇਰ ਮਹਿੰਦੀ ਦਾ, ਇੱਕ ਦਾਣਾ ਨਹੀਂ 2 ਦਾਣੇ ਤੇਰੇ ਦਿਲ ਦੀ ਰੱਬ ਜਾਣੇ, ਮੇਰੇ ਦਿਲ ਦੀ ਖੁਦਾ ਗਵਾ, ਆ ਲਈਏ ਆਪਾਂ ਪਿਆਰ ਪਨਾ ਜੀ। ਤਾਂ ਹੁਣ ਇੱਕ ਦਾਣਾ ਬਈ 2 ਦਾਣੇ ਜੇਲ੍ਹ ਨੂੰ ਪੈ ਗਏ ਜਾਣੇ, ਉੱਥੇ ਰਹਿੰਦਾ ਸਿੱਧੂ ਭਾ, ਆ ਲਈਏ ਆਪਾਂ ਦਰੀ ਵਿਛਾ। ਤਾਂ ਦਰੀ ਵਿਛ ਜਾਣੀ ਹੈ ਮੇਰੇ ਖਿਆਲ ਦੇ ਨਾਲ ਅੱਜ ਦੀ ਰਾਤ। ਕੁੜਮ ਹੰਸਰਾਜ ਆ, ਵੈਸੇ ਇਹ ਵੀ ਪਾਰਟੀ ਜੁਆਇਨ ਕਰ ਚੁੱਕਾ। ਮੀਡੀਆ ਪੰਜਾਬੀ ਹੈ ਜਿਹੜਾ ਉਹ ਥੋੜਾ ਜਿਹਾ ਭੁੱਲਿਆ ਬੈਠਾ ਕਿ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕਾ ਸੀਗਾ ਸਿੰਗਰ ਜੀ। ਤੇ ਮਿੰਟੂ ਜੀ ਦੱਸਿਓ, ਗੀਤਾਂ ਨੂੰ ਸੈਂਸਰ ਕਰਨ ਲਈ, ਗੀਤਾਂ ਤੇ ਪਾਬੰਦੀ ਲਗਾਉਣ ਬਾਰੇ ਬੀਤੇ ਸਮੇਂ ਤੋਂ ਗੱਲਾਂ ਬਹੁਤ ਚੱਲਦੀਆਂ ਆ ਰਹੀਆਂ ਨੇ, ਕਿਉਂਕਿ ਅਜਿਹਾ ਕੰਟੈਂਟ ਸਰੋਤਿਆਂ ਮੂਹਰੇ ਪਰੋਸਿਆ ਜਾ ਰਿਹਾ ਜਿਹਦੇ ਕਰਕੇ ਵੱਖੋ ਵੱਖਰੇ ਕਿਸਮ ਦੀਆਂ ਡਿਬੇਟ ਸ਼ੁਰੂ ਹੋ ਜਾਂਦੀਆਂ ਨੇ ਕਿ ਗਨ ਕਲਚਰ ਨੂੰ ਉਹਦੇ ਕਰਕੇ ਬੜਾਵਾ ਮਿਲ ਰਿਹਾ, ਜਾਂ ਫਿਰ ਜਿਹੜੀ ਬਾਕੀ ਦੀਆਂ ਕੁਰੀਤੀਆਂ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਉਹ ਕੁਰੀਤੀਆਂ ਨੇ ਇਸ ਕਰਕੇ ਗੀਤ ਨੇ, ਜਾਂ ਫਿਰ ਉਹ ਗੀਤ ਨੇ ਇਸ ਕਰਕੇ ਕੁਰੀਤੀਆਂ ਨੇ। ਇਸ ਖਿੱਚੋਤਾਣ ਦੇ ਵਿੱਚ ਗੱਲ ਹਮੇਸ਼ਾ ਚੱਲਦੀ ਆ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਐਕਸ਼ਨ ਪ੍ਰੋਗਰਾਮ ਉਲੀਕਿਆ ਇੱਕ ਗੀਤਾਂ ਤੇ ਪਾਬੰਦੀ ਲਗਾਉਣ ਦਾ, ਇਹਦਾ ਕੀ ਵੇਰਵਾ ਜੀ? ਹਾਂਜੀ ਦੇਖੋ, ਗੱਲ ਕੀ ਹੈ ਕਿ ਕੁਝ ਗੀਤ ਬੈਨ ਹੋਏ ਨੇ, ਜਿੱਦਾਂ SYL ਤੇ ਫਿਰ ਉਸ ਤੋਂ ਬਾਅਦ ਕੰਵਰ ਗਰੇਵਾਲ ਨੇ ਇੱਕ ਗਾਣਾ ਗਾਇਆ ਸੀਗਾ ਰਿਹਾਈ। ਅੱਜ ਕੱਲ ਉਹ ਤਾਂ ਠੀਕ ਆ, ਪਹਿਲਾਂ ਤੇ ਲੋਕ ਕਹਿੰਦੇ ਸਨ ਕਿ ਪਾਬੰਦੀ ਲਾਓ, ਜਿਵੇਂ ਤੁਸੀਂ ਇੱਕ ਬਹੁਤ ਕਹਿ ਲਓ ਕਿ ਚਰਚਿਤ ਵਿਸ਼ਾ ਛੋਇਆ, ਹਮੇਸ਼ਾ ਚਰਚਾ ਹੁੰਦੀ ਹੈ ਜਿਹਦੇ ਤੇ ਕਿ ਜੀ ਗੀਤਾਂ ਕਰਕੇ ਕੁਰੀਤੀਆਂ ਜਾਂ ਕੁਰੀਤਾਂ ਕਰਕੇ ਗੀਤ। ਬੜਾ ਲੰਮਾ ਚੌੜਾ ਡਿਬੇਟ ਹੈ ਇਹ, ਮੇਰੇ ਖਿਆਲ ਦੇ ਨਾਲ ਅਮੁੱਕ ਹੈ ਵੀ, ਆਸਤਕ ਨਾਸਤਕ ਦੀ ਬਹਿਸ ਵਾਂਗੂ ਇਹ ਵੀ ਅਮੁੱਕ ਆ। ਤਾਂ ਗੱਲ ਇਹ ਆ ਕਿ ਅੱਗੇ ਤੇ ਲੋਕ ਕਹਿੰਦੇ ਆ ਕਿ ਗੀਤਾਂ ਤੇ ਬੈਨ ਲੱਗਣਾ ਚਾਹੀਦਾ, ਪਰ ਹੁਣ ਲੋਕ ਕਹਿੰਦੇ ਆ ਕਿ ਗੀਤਾਂ ਤੇ ਬੈਨ ਨਹੀਂ ਲੱਗਣੇ ਚਾਹੀਦੇ। ਇਹੋ ਜਿਹੇ ਬੈਨ ਨਹੀਂ ਲੱਗਣੇ ਚਾਹੀਦੇ, ਇਹੋ ਜਿਹੇ ਗੀਤਾਂ ਤੇ ਜੋ ਕਿਸੇ ਕੌਮ ਦੀ ਤਰਜਮਾਨੀ ਕਰਦੇ ਹੋਣ ਜਾਂ ਕਿਸੇ ਮੁੱਦੇ ਨੂੰ ਉਭਾਰਦੇ ਹੋਣ, ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਚੌਖਟੇ 'ਚ ਰੱਖੇ ਜਾਣੇ ਚਾਹੀਦੇ ਆ। ਤਾਂ ਇਸ ਮਾਮਲੇ ਦੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਬੜੀ ਕਹਿ ਲਓ ਗੰਭੀਰ ਮੁਦਰਾ 'ਚ ਬੈਠੇ ਹੋਏ ਨੇ, ਫੋਨ ਉਹਨਾਂ ਨੇ ਲਾਇਆ ਹੋਇਆ ਤੇ ਗਾਣਾ ਸੁਣ ਰਹੇ ਨੇ ਰਿਹਾਈ। ਤਾਂ ਉਸ ਤੋਂ ਬਾਅਦ ਫਿਰ ਇੱਕ ਐਲਾਨ ਹੋ ਜਾਂਦਾ ਹੈ
ਐਕਸ਼ਨ ਐਲਾਨ ਹੋ ਜਾਂਦਾ ਹੈ ਕਿ ਸਾਡਾ ਜਿਹੜਾ ਯੂਥ ਅਕਾਲੀ ਦਲ ਦਾ ਹਰਿਆਵਲ ਦਸਤਾ ਹੈਗਾ ਆ, ਉਹ ਕੱਲ ਨੂੰ ਭਲਕੇ ਮਤਲਬ ਕਿ 15 ਜੁਲਾਈ ਨੂੰ ਇਹ ਜਿਹੜੇ ਗੀਤਾਂ ਤੇ ਬੈਨ ਲੱਗੇ ਆ ਇਹਨਾਂ ਦੇ ਵਿਰੋਧ ਦੇ ਵਿੱਚ ਟਰੈਕਟਰ ਮਾਰਚ ਕੱਢੇਗਾ। ਤਾਂ ਮਤਲਬ ਮਾਰਚ ਹੋਏਗਾ। ਵੈਸੇ ਵਿਜੇ ਜੀ ਇੱਕ ਗੱਲ ਮੈਂ ਇੱਥੇ ਮੈਂਸ਼ਨ ਕਰ ਦੇਵਾਂ, ਜਿਹੜੀ ਗੱਲ ਆਪਾਂ ਬੀਤੇ ਰੋਜ਼ ਕਹੀ ਸੀ ਸ਼ਾਇਦ ਪਰਸੋਂ ਕਿ ਅਕਾਲੀ ਦਲ ਕੁਝ ਨਵੇਂ ਕਦਮ ਚੁੱਕੇਗਾ, ਉਸ ਗੱਲ ਤੇ ਅੱਜ ਮੋਹਰ ਲੱਗੀ ਆ। ਇਲੈਕਸ਼ਨ ਹਾਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਹਿਲੀ ਮਰਤਬਾ ਮੀਡੀਆ ਦੇ ਕਹਿ ਲਓ ਜਾਂ ਲੰਮੀ ਚੌੜੀ ਇੰਟਰਵਿਊ ਦੇ ਰੂਪ ਦੇ ਵਿੱਚ ਸਾਹਮਣੇ ਆਏ। ਜਦ ਉਹਨਾਂ ਨੂੰ ਇਹ ਕੁਐਸਚਨ ਕੀਤੇ ਗਏ ਤੇ ਉਹਨਾਂ ਨੇ ਮੰਨਿਆ ਕਿ ਅਕਾਲੀ ਦਲ ਦੇ ਸਟਰਕਚਰ ਦੇ ਵਿੱਚ, ਢਾਂਚੇ ਦੇ ਵਿੱਚ ਵੱਡੇ ਚੇਂਜ ਆਉਣ ਵਾਲੇ ਦਿਨਾਂ 'ਚ ਵੇਖਣ ਨੂੰ ਮਿਲਣਗੇ। ਤਾਂ ਮਤਲਬ ਕਿ ਜਿਹੜੀ ਗੱਲ ਅਸੀਂ ਕਹੀ ਸੀਗੀ ਉਹ ਗੱਲ ਤਕਰੀਬਨ ਤੈਅ ਹੈ। ਤਾਂ ਦੂਜੀ ਗੱਲ ਇਹ ਆ ਕਿ ਹੁਣ ਦੇਖੋ ਗੀਤਾਂ ਦਾ ਹੀ ਨਹੀਂ ਮਸਲਾ, ਜਿੰਨੀ ਕੁ ਸਾਨੂੰ ਹੋਰ ਜਾਣਕਾਰੀ ਮਿਲ ਰਹੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਜਰਾ ਹੈ, ਤਾਂ ਇਹਨੂੰ ਲੈ ਕੇ ਅਕਾਲੀ ਦਲ ਹੋ ਸਕਦਾ ਹੈ, ਸੰਭਾਵਨਾ ਹੈ ਕਿ ਕੋਈ ਐਦੋਂ ਵੀ ਵੱਡਾ ਐਕਸ਼ਨ, ਮਤਲਬ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਵੀ ਐਲਾਨੇ, ਉਹਦੇ ਲਈ ਇੰਤਜ਼ਾਰ ਰਹੇਗਾ। ਵੈਸੇ ਮੈਂ ਸਮਝਦਾ ਕਿ ਜਿਹੜਾ ਇਹਨਾਂ ਦਾ ਥਿੰਕ ਟੈਂਕ ਹੈ ਨਾ ਵਿਜੇ ਜੀ, ਹਾਲਾਂਕਿ ਉਹਦੇ 'ਚ ਬੜੇ ਵੱਡੇ ਪਏ ਨੇ, ਘਾਗ ਖਿਡਾਰੀ ਪਏ ਨੇ, ਮਹਾਰਥੀ ਪਏ ਨੇ, ਪਰ ਕਿਤੇ ਨਾ ਕਿਤੇ ਝੋਲ ਨਜ਼ਰ ਆਉਂਦੀ ਹੈ। ਝੋਲ ਇਹ ਨਜ਼ਰ ਆਉਂਦੀ ਹੈ ਕਿ ਦੇਖੋ ਰਿਹਾਈ ਤੇ ਬੈਨ ਕਿਹਨੇ ਲਾਇਆ, SYL ਨੂੰ ਬੈਨ ਕਿਹਨੇ ਕੀਤਾ। ਮੈਂ ਖੁਦ RTI ਪਾਈ ਸੀਗੀ ਕਿ ਕਿਹਦੀ ਕੰਪਲੇਂਟ ਤੇ SYL ਨੂੰ ਬੈਨ ਕੀਤਾ, ਉਹ ਕਹਿੰਦੇ ਜੀ ਸਾਡੇ ਕੋਲ ਜਾਣਕਾਰੀ ਹੈ ਨਹੀਂ ਜੀ, ਮਤਲਬ ਕਿ ਪਤਾ ਹੀ ਨਹੀਂ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ SYL ਤੇ ਰਿਹਾਈ ਨੂੰ ਬੈਨ ਕੀਤਾ ਕੇਂਦਰ ਸਰਕਾਰ ਨੇ। ਕੇਂਦਰ ਸਰਕਾਰ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸੋਸ਼ਲ ਸਾਈਟਾਂ ਹੁੰਦੀਆਂ ਉਹਨਾਂ ਦੇ ਸਰਵਰ ਬਾਹਰ ਨੇ, ਤਾਂ ਕੋਈ ਇਹ ਤੇ ਹੈ ਨਹੀਂਗਾ ਕਿ ਉੱਠ ਕੇ ਭਗਵੰਤ ਸਿੰਘ ਮਾਨ ਨੂੰ ਫੋਨ ਕਰੇ ਕਿ ਉਹ YouTube ਵਾਲਿਓ ਮਾੜਾ ਜਿਹਾ ਬੰਦ ਕਰੋ ਯਾਰ, ਆਹ ਗਾਣਾ ਬੰਦ ਕਰ ਦਿਓ। ਇਦਾਂ ਨਹੀਂ ਹੁੰਦਾ ਜੀ। ਇੱਕ ਲੰਮਾ ਚੌੜਾ ਪ੍ਰੋਸੀਜਰ ਹੁੰਦਾ। ਸੋ ਇਸ ਕਰਕੇ ਇਹ ਤੇ ਹੁਣ ਬੜੀ ਕਨਫਿਊਜ਼ਨ ਵਾਲੀ ਗੱਲ ਹੈ, ਦੁਵਿਧਾ ਵਾਲੀ ਗੱਲ ਆ ਕਿ ਬਈ ਜਿਨ੍ਹਾਂ ਨੇ ਬੈਨ ਕੀਤੇ ਆ, ਜਿਨ੍ਹਾਂ ਵਾਸਤੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ, ਤਾਂ ਉਸੇ ਸਰਕਾਰ ਲਈ ਤਾਂ ਤੁਸੀਂ ਹੁਣ ਝੰਡੇ ਗੱਡ ਦਿੱਤੇ ਕਿ ਰਾਸ਼ਟਰਪਤੀ ਚੋਣ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਜਾਵਾਂਗੇ। ਕਿਸ ਤਰ੍ਹਾਂ ਦੀ ਦੁਵਿਧਾ ਹੈ, ਸਮਝ ਤੋਂ ਬਾਹਰ ਆ। ਕਿਸ ਤਰ੍ਹਾਂ ਦੀ ਦੁਵਿਧਾ? ਫਿਰ ਤੁਸੀਂ ਜਿਨ੍ਹਾਂ ਦਾ ਸਾਥ ਛੱਡਿਆ ਸੀਗਾ ਇਹ ਕਹਿ ਕੇ ਕਿ ਬਾਈ ਸਾਡਾ ਤੇ 700 ਬੰਦਾ ਮਰ ਗਿਆ, ਅਸੀਂ ਤੇ ਕਿਸਾਨਾਂ ਦੇ ਨਾਲ ਖਲੋਵਾਂਗੇ, ਹੁਣ ਅਸੀਂ ਇਹਨਾਂ ਦੀ ਸੰਗਤ ਨਹੀਂ ਕਰਾਂਗੇ। ਉਹ ਕਹਿੰਦੇ ਨਾ ਕਬੀਰ ਮਾਰੀ ਮਰੂ ਕੋ ਸੰਗ ਕੀ ਕੇਲੇ ਨਿਕਟ ਜੋ ਬੇਰ। ਤਾਂ ਫਿਰ ਗੱਲ ਤੇ ਇਹ ਹੈ ਕਿ ਤੁਸੀਂ ਤੇ ਫਿਰ ਜਿਹੜੀ ਬੇਰ ਆ ਉਹਦੇ ਨਿਕਟ ਜਾ ਕੇ ਕੇਲਾ ਬਣ ਗਏ ਹੋ। ਤੇ ਇਹ ਆਪਣੇ ਆਪ ਦੇ ਵਿੱਚ ਬੜੀ ਜਿੱਦਾਂ ਕਹ ਲਈਏ ਨਾ ਦੁਵਿਧਾ ਜੀ ਵਾਲੀ ਪਰਿਸਥਿਤੀ ਜਿਹੜੀ ਆ ਉਹ ਅਕਾਲੀ ਦਲ ਦੇ ਸਾਹਮਣੇ ਨਜ਼ਰ ਆਉਂਦੀ ਹੈ ਜੀ। ਅੱਛਾ, ਇਹ ਦੱਸਿਓ ਮਿੰਟੂ ਜੀ, ਇੱਦਾਂ ਦੀਆਂ ਖਬਰਾਂ ਦੇਖੋ ਪਹਿਲਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ, ਪਰ ਹੁਣ ਜਦੋਂ ਕੋਈ ਪ੍ਰਤੱਖ ਤੌਰ ਤੇ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਆ, ਦੁਬਾਰਾ ਤੋਂ ਅਜਿਹੇ ਇਸ਼ੂਜ਼ ਖਬਰਾਂ ਬਣ ਜਾਂਦੇ ਨੇ ਕਿ ਇੱਕ ਵੱਡੀ ਡਰੱਗ ਦੀ ਖੇਪ ਦੀਆਂ ਤਾਰਾਂ ਜੇਲ੍ਹ ਦੇ ਨਾਲ ਜੁੜ ਗਈਆਂ ਨੇ। ਸੋ ਜੇਲ੍ਹ ਦੇ ਵਿੱਚੋਂ ਬਹਿ ਕੇ ਇਹ ਸਾਰਾ ਦਾ ਸਾਰਾ ਕੰਮਕਾਜ ਮੈਨੇਜ ਕੀਤਾ ਜਾ ਰਿਹਾ ਸੀ ਜੀ ਅੱਗੇ ਡਰੱਗਸ ਦੀ ਤਸਕਰੀ ਦਾ। ਸਭ ਤੋਂ ਵੱਡੀ ਗੱਲ ਵਿਜੇ ਜੀ ਇਹ ਆ ਕਿ ਇਹ ਸਾਰਾ ਕੁਝ ਉਸ ਵੇਲੇ ਹੋ ਰਿਹਾ ਜਦੋਂ ਮੈਂ ਜਿੰਨਾ ਕੁ ਜੇਲ੍ਹਾਂ ਬਾਰੇ ਜਾਣਦਾ ਜਾਂ ਮੇਰਾ ਨਿੱਜੀ ਤਜਰਬਾ ਹੈ ਕਿ ਜਦੋਂ ਸਭ ਤੋਂ ਜ਼ਿਆਦਾ ਇਤਿਹਾਸ ਦੀ ਸਭ ਤੋਂ ਜ਼ਿਆਦਾ ਸਖਤੀ ਹੈ ਪੰਜਾਬ ਦੀਆਂ ਜੇਲ੍ਹਾਂ 'ਚ। ਤਾਂ ਤੁਸੀਂ ਸੋਚ ਕੇ ਵੇਖੋ, ਕਲਪਨਾ ਕਰਕੇ ਵੇਖੋ ਕਿ ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਕੀ ਹਾਲ ਹੁੰਦਾ ਹੋਏਗਾ ਜੇਲ੍ਹ ਦੇ ਵਿੱਚ। ਜੀ। ਤਾਂ ਇਹ ਉਸ ਵੇਲੇ ਦੀ ਸਿਚੁਏਸ਼ਨ ਹੈ ਜੋ ਆਪਣੇ ਸਾਹਮਣੇ ਆ, ਜਦੋਂ ਸਖਤੀ ਜਿਹੜੀ ਆ ਪੂਰੀ ਐਨ ਕਹਿ ਲਓ ਇਸ ਵੇਲੇ ਪੀਕ ਤੇ ਕਰ ਰੱਖੀ ਹੈ, ਕਿਉਂਕਿ ਹਰਪ੍ਰੀਤ ਸਿੱਧੂ ਆ ਗਏ ਇੱਧਰ, ਜਿਨ੍ਹਾਂ ਦਾ ਚਾਰਜ ਉਹਨਾਂ ਨੇ ਸੰਭਾਲ ਲਿਆ। ਫਿਰ ਇਸ ਤੋਂ ਇਲਾਵਾ CCTV ਕੈਮਰੇ ਇੰਸਟਾਲ ਕਰ ਦਿੱਤੇ ਗਏ, ਅਫਸਰ ਬਦਲ ਦਿੱਤੇ ਗਏ। ਫਿਰ ਹਰਜੋਤ ਸਿੰਘ ਬੈਂਸ ਤੁਹਾਨੂੰ ਪਤਾ ਬੜੇ ਐਕਟਿਵ ਨਜ਼ਰ ਆਉਂਦੇ ਨੇ ਜਿਹੜੇ ਜੇਲ੍ਹ ਮੰਤਰੀ ਆ। ਤਾਂ ਇਸ ਤੋਂ ਬਾਅਦ ਵੀ ਜੇ ਇਸ ਤਰ੍ਹਾਂ ਦਾ ਇੱਕ ਨੈਟਵਰਕ ਨਿਕਲ ਆਉਂਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਬਹੁਤ ਹੀ ਵੱਡਾ ਹੈ, ਬਹੁਤ ਹੀ ਵੱਡਾ ਹੈ। ਤੇ ਇਹ ਅਸਲ ਦੇ ਵਿੱਚ ਚੱਲਿਆ ਕਿਵੇਂ ਆ? ਇਹ ਇੱਕ ਬੂਟਾ ਖਾਨ ਹੈਗਾ ਮਲੇਰਕੋਟਲੇ ਦਾ, ਬਦਮਾਸ਼ ਵੀ ਆ ਤੇ ਕਹਿ ਲਓ ਕਿ ਨਾਲ ਬਲੈਕ ਵੀ ਕਰਦਾ ਸੀਗਾ। ਇਹਦੇ ਤੇ ਇਹ ਦੋਸ਼ ਲੱਗ ਰਹੇ ਆ, ਕਿਉਂਕਿ ਦੋਸ਼ ਲੱਗਣੇ ਤੇ ਦੋਸ਼ ਸਾਬਤ ਹੋਣੇ ਦੋਨੇ ਚੀਜ਼ਾਂ ਵੱਖੋ ਵੱਖਰੀਆਂ। ਬਿਲਕੁਲ। ਇਹ ਜਿਹੜੀ ਅੱਗੇ ਖੇਪ ਫੜੀ ਗਈ ਆ ਗੁਜਰਾਤ ਦੇ ਵਿੱਚੋਂ, ਜਿਹਦੇ ਬਾਰੇ ਪੁਲਿਸ ਨੇ ਆਖਿਆ, ਪੰਜਾਬ ਦੀ ਪੁਲਿਸ ਨੇ ਆਖਿਆ ਕਿ ਅਸੀਂ ਇਨਪੁਟ ਦਿੱਤੀ ਸੀਗੀ
ਅੱਛਾ, ਉਸ ਤੋਂ ਬਾਅਦ ਜਦੋਂ ਇਹ ਜਿਹੜੀ ਮਤਲਬ ਕਿ ਗੁਜਰਾਤ ਦਾ ATS ਇੱਕ ਦਸਤਾ ਹੁੰਦਾ ਹੈ, ਜਦੋਂ ਉਹ ਇੱਥੇ ਪਹੁੰਚਿਆ ਮਲੇਰਕੋਟਲੇ 'ਚ, ਫਿਰ ਸਾਰੀ ਪੋਲ ਖੁੱਲੀ ਕਿ ਕਹਾਣੀ ਕਿੱਥੋਂ ਸਟਾਰਟ ਹੋਈ ਹੈ। ਉਸ ਤੋਂ ਬਾਅਦ ਲੁਧਿਆਣੇ ਗਈ ਪੁਲਿਸ। ਵੈਸੇ ਤੇ ਜਿੰਨੀਆਂ ਇੱਥੇ ਹੈਰੋਇਨ ਦੀਆਂ ਖੇਪਾਂ ਫੜੀਆਂ ਜਾਂਦੀਆਂ ਨੇ ਵੱਡੀਆਂ, ਉਹਦੇ ਤਾਰ ਕਿਤੇ ਨਾ ਕਿਤੇ ਜਾ ਕੇ ਭੌਂ ਚੌਂ ਕੇ ਲੁਧਿਆਣੇ ਜੁੜਦੇ ਆ। ਪਰ ਇਸ ਵਾਰੀ ਲੁਧਿਆਣੇ ਦੀ ਜੇ ਆਪਾਂ ਕਹਿ ਲਈਏ ਤਾਂ ਇੱਕ ਫਰਮ ਨਾਲ ਜੁੜੇ। ਪਰ ਉਸ ਤੋਂ ਬਾਅਦ ਉਹ ਫਰਮ ਦਾ ਕੀ ਹੋਇਆ ਕਿ ਇਹਨਾਂ ਨੇ ਕੀ ਕੀਤਾ ਕਿ ਉਸ ਫਰਮ ਦੇ ਜ਼ਰੀਏ ਇੱਕ ਕੰਟੇਨਰ ਬੁੱਕ ਕਰਵਾਇਆ ਦੁਬਈ ਤੋਂ, ਤੇ ਜਿਹੜਾ ਉਹ ਮਾਲ ਸੀ, ਸਮਾਨ ਸੀ, ਉਹ ਪਾਕਿਸਤਾਨ ਤੋਂ ਮਤਲਬ ਕਿ ਅਫਗਾਨਿਸਤਾਨ ਫਿਰ ਵਾਇਆ ਪਾਕਿਸਤਾਨ ਦੁਬਈ ਭੇਜਿਆ ਗਿਆ। ਉੱਥੋਂ ਕੰਟੇਨਰ ਦੇ ਵਿੱਚੋਂ ਫਿਰ ਇੱਧਰ ਆ ਗਿਆ। ਤਾਂ ਆਇਆ ਕਿੱਦਾਂ ਕਿ ਮਤਲਬ ਕਿ ਜਿੱਦਾਂ ਟੈਕਸਟਾਈਲ ਆਉਂਦਾ ਤਾਂ ਉਹਦੇ ਵਿੱਚ ਜਿਹੜੀਆਂ ਪਾਈਪਾਂ ਵਗੈਰਾ ਹੁੰਦੀਆਂ ਕੱਪੜਿਆਂ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਪਾਇਆ ਹੋਇਆ ਸੀ ਜ਼ਿਆਦਾ ਸਮਾਨ। ਤਾਂ ਕੰਟੇਨਰ 1 ਮਹੀਨੇ ਤੋਂ ਉੱਥੇ ਖਲੋਤਾ ਸੀਗਾ। ਤਾਂ ਫਿਰ ਇਹ ਜਿਹੜੀ ਸੂਚਨਾ ਲੀਕ ਹੁੰਦੀ ਹੈ। ਹੁਣ ਇਹ ਸਾਰਾ ਕੁਝ ਇਹ ਜੋੜ ਰਹੇ ਨੇ ਜੇਲ੍ਹ ਦੇ ਵਿੱਚੋਂ ਕਿ ਬਈ ਅਸਲ 'ਚ ਇਹ ਜਿਹੜਾ ਬੂਟਾ ਹੈ, ਇਹਨੇ ਹੀ ਸਾਰੀ ਸੈਟਿੰਗ ਕੀਤੀ ਕਿਸੇ ਬੰਦੇ ਦੇ ਨਾਲ ਰਲ ਕੇ, ਔਰ ਉਹ ਜਿਹੜੀ ਫਰਮ ਆ ਉਹਦੇ ਥਰੂ ਇਹਨਾਂ ਨੇ ਕੰਟੇਨਰ ਬੁੱਕ ਕਰਾਇਆ। ਹੁਣ ਇਹ ਵੀ ਸਮਝਿਆ ਜਾਂਦਾ ਕਿ ਜਿਹੜਾ ਉਹ ਕੰਟੇਨਰ ਬੁੱਕ ਹੋਇਆ ਜਿਸ ਫਰਮ ਦੇ ਥਰੂ, ਹੋ ਸਕਦਾ ਉਹ ਵੀ ਡਮੀ ਹੋਵੇ। ਮਤਲਬ ਕਿ ਸਾਰਾ ਕੁਝ ਹੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ। ਤਾਂ ਤੁਸੀਂ ਇਹ ਇੱਕ ਚੀਜ਼ ਨੋਟ ਕਰੋ ਕਿ ਕੋਈ ਬੰਦਾ ਜੇਲ੍ਹ ਦੇ ਵਿੱਚੋਂ ਫਿਰ ਫਰਮ ਦੇ ਨਾਲ ਕੰਟੈਕਟ ਕਰਦਾ, ਉਸ ਤੋਂ ਬਾਅਦ ਕੰਟੇਨਰ ਬੁੱਕ ਹੁੰਦੇ ਆ, ਕਿੱਥੋਂ ਚੱਲਦਾ ਸਮਾਨ ਕਿੱਥੋਂ ਤੀਕ ਆ ਜਾਂਦਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਬਹੁਤ ਵੱਡੀ ਜਿੱਦਾਂ ਕਹ ਲਓ ਬਹੁਤ ਵੱਡੀ ਖੇਪ ਜਿਹੜੀ ਆ ਉਹ ਨਿਕਲ ਚੁੱਕੀ ਹੈ। ਤਕਰੀਬਨ ਕਹਿ ਲਓ ਕਿ 3 ਕੁਆਂਟਲ ਇਹ ਖੇਪ ਇਸ ਤਰ੍ਹਾਂ ਦੀ ਆਈ ਆ। ਸੋ ਇਹ ਹੁਣ ਗਾਂ ਕਿੱਥੇ ਜਾਣੀ ਸੀਗੀ, ਇਹ ਤੇ ਕਹਿ ਲਓ ਕਿ ਹਾਲੇ ਵਜ਼ਾਰਤ ਹੀ ਆ। ਪਰ ਜੇਲ੍ਹਾਂ ਪੰਜਾਬ ਦੀਆਂ ਇੱਕ ਵਾਰੀ ਫਿਰ ਸੁਰਖੀਆਂ 'ਚ ਆ ਕਿ ਨਾ ਸਿਰਫ ਮਰਨ ਮਰਾਉਣ ਦੀਆਂ ਪਲੈਨਿੰਗਾਂ ਚੱਲਦੀਆਂ ਨੇ, ਨਾ ਸਿਰਫ ਉੱਥੋਂ ਗਵਾਹਾਂ ਨੂੰ ਧਮਕਾਉਣ ਦੀਆਂ ਕਾਲਾਂ ਆਉਂਦੀਆਂ ਨੇ। ਵੈਸੇ ਉਹ ਅੱਜ ਕੱਲ੍ਹ ਗੀਤ ਵੀ ਬਣ ਜਾਂਦੇ ਨੇ, ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਤੇ ਜੇਲ੍ਹਾਂ ਦੇ ਵਿੱਚੋਂ ਤੇ ਖਾਸਾ ਕੁਛ ਆ ਰਿਹਾ, ਜੇਲ੍ਹਾਂ ਦੇ ਵਿੱਚੋਂ ਹੁਣ ਨਸ਼ਾ ਵੀ ਆ ਰਿਹਾ। ਬਹੁਤ ਵੱਡਾ ਸਵਾਲ ਆ ਕਿ ਦੇਖੋ ਤੁਹਾਡੇ ਜਿਹੜੇ ਇਸ ਤਰ੍ਹਾਂ ਦੇ ਨੈਟਵਰਕ ਆ ਉਹ ਆਪਰੇਟ ਕੀਤੇ ਜਾ ਰਹੇ ਆ ਜੇਲ੍ਹਾਂ 'ਚ ਬੈਠ ਕੇ ਜੀ। ਤੇ ਜੇ ਜੇਲ੍ਹਾਂ 'ਚ ਬੈਠੇ ਲੋਕ ਨੈਟਵਰਕ ਚਲਾਉਂਦੇ ਰਹਿਣਗੇ ਤਾਂ ਫਿਰ ਵਿਜੇ ਜੀ ਜੇਲ੍ਹਾਂ ਦਾ ਤਾਂ ਮੇਰੇ ਖਿਆਲ ਦੇ ਨਾਲ ਨਾ ਹੀ ਬਦਲਣ ਦੀ ਸਾਨੂੰ ਲੋੜ ਪੈ ਜਾਣੀ ਹੈ। ਤੇ ਜਾਂ ਫਿਰ ਇਹ ਹੋ ਸਕਦਾ ਇਹਦਾ ਹੱਲ ਕਿ ਜੇਲ੍ਹਾਂ ਨੂੰ ਫਿਰ ਇਹੋ ਜਿਹੇ ਬੰਦਿਆਂ ਦੇ ਹਵਾਲੇ ਕਰ ਦਿਓ ਕਿ ਤੁਸੀਂ ਸਿੱਧੇ ਕਰ ਲਓ, ਸਾਥੋਂ ਤੇ ਸਿੱਧੇ ਨਹੀਂ ਹੁੰਦੇ। ਮਿੰਟੂ ਜੀ ਇਹ ਦੱਸਿਓ, ਰੇਤ ਮਾਫੀਆ ਵਾਲੀ ਗੱਲ ਨੂੰ ਲੈ ਕੇ ਇਲੀਗਲ ਮਾਈਨਿੰਗ ਤੇ ਸਿਆਸੀ ਦਾਅਪੇਚ ਬੜੇ ਖੇਡੇ ਗਏ, ਉਹਦੇ ਉੱਪਰ ਜੋ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇੱਥੇ ਬੈਠੇ ਸਾਨੂੰ ਲੱਗਦਾ ਕਿ ਸ਼ਿਕੰਜਾ ਕੱਸਿਆ ਗਿਆ। ਜ਼ਮੀਨੀ ਹਕੀਕਤ ਕੀ ਹੈ ਜੀ? ਦੇਖੋ, ਜ਼ਮੀਨੀ ਹਕੀਕਤ ਬਿਲਕੁਲ ਹਾਲ ਦੀ ਘੜੀ ਜੁਦਾ ਹੈ ਦਾਅਵਿਆਂ ਤੋਂ। ਖਾਸ ਤੌਰ 'ਤੇ ਜੇ ਤੁਸੀਂ ਦੇਖੋਗੇ ਤੇ ਅੱਜ ਵੀ ਲੁਧਿਆਣੇ 'ਚ ਰੇਤ ਦਾ ਜਿਹੜਾ ਰੇਟ ਆ, ਰੇਤ ਦਾ ਰੇਟ ਮੇਰੇ ਖਿਆਲ ਦੇ ਨਾਲ 8500 ਨੂੰ ਟਨ ਆ। ਟਨ ਦੇ ਵਿੱਚ 10 ਕੁਆਂਟਲ ਹੁੰਦੇ ਆ, ਹਿਸਾਬ ਲਾ ਲਓ ਕਿ ਕਿਲੋਆਂ ਦੇ ਹਿਸਾਬ ਨਾਲ ਕੀ ਰੇਟ ਬਣਦਾ ਹੈ। ਤਾਂ ਰੇਤ ਤਾਂ ਬਹੁਤ ਜ਼ਿਆਦਾ ਇਸ ਵੇਲੇ ਮਹਿੰਗੀ ਆ। ਕਿਸੇ ਸ਼ਹਿਰ ਦੇ ਵਿੱਚ 6000 ਨੂੰ, 5000 ਨੂੰ, 8000 ਨੂੰ, ਔਰ ਇਹਨਾਂ ਦਿਨਾਂ ਦੇ ਵਿੱਚ 10-10 ਹਜ਼ਾਰ ਨੂੰ ਵੀ ਵਿਕੀ ਆ। ਦੂਜੀ ਗੱਲ ਮਤਲਬ ਕਿ ਰੇਟ ਤਾਂ ਰੇਤ ਦੇ ਜਿਹੜੇ ਆ ਜੋ ਇਹ ਕਹਿੰਦੇ ਸੀਗੇ ਕਿ ਬਿਲਕੁਲ ਥੱਲੇ ਲੈ ਆਵਾਂਗੇ ਜੀ, ਹਾਲ ਦੀ ਘੜੀ ਨਹੀਂ ਹੈ। ਕੱਲ ਨੂੰ ਕੀ ਹੁੰਦਾ, ਕੱਲ ਨਾ ਕਾਲ ਦਾ ਕਹਿੰਦੇ ਆ, ਤਾਂ ਕੱਲ ਨੂੰ ਕੀ ਹੋਏਗਾ ਰਾਮ ਜਾਣੇ। ਪਰ ਹਾਲ ਦੀ ਘੜੀ ਜੋ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਜੀ ਅਸੀਂ ਮਾਈਨਿੰਗ ਤੇ ਬਹੁਤ ਜ਼ਬਰਦਸਤ ਐਕਸ਼ਨ ਕੀਤਾ, ਇਲੀਗਲ ਮਾਈਨਿੰਗ ਅਸੀਂ ਬੰਦ ਕਰਵਾਈ ਆ, ਤਾਂ ਉਹਦਾ ਡਾਟਾ ਜਿਹੜਾ ਉਹ ਇੱਕ ਰਿਸਰਚ ਰਿਪੋਰਟ ਦੇ ਵਿੱਚ ਆਇਆ ਮੀਡੀਆ ਦੇ ਰਾਹੀਂ ਕਿ ਇਹਨਾਂ ਨੇ 100 ਦਿਨ ਦੇ ਵਿੱਚ, ਹੁਣ ਦੇਖੋ ਇਹ ਇੱਕ ਤੇ ਇਹ ਕਹਿਣਾ ਬੰਦ ਕਰ ਦਈਏ ਕਿ ਸਰਕਾਰ ਨਵੀਂ ਹੈ, ਕਹਿੰਦੇ ਆ ਆਪ ਹੀ ਤਾਂ ਆਪਾਂ ਕਹਿੰਦੇ ਨਵਾਂ 9 ਦਿਨ ਪੁਰਾਣਾ 100 ਦਿਨ, ਤਾਂ 100 ਦਿਨ ਪੂਰਾ। ਤਾਂ ਹੁਣ 100 ਦਿਨ ਦੇ ਵਿੱਚ ਕਹਿੰਦੇ ਆ ਕਿ 287 ਕੇਸ ਦਰਜ ਕੀਤੇ ਨੇ ਨਾਲ, 287 ਕੇਸ ਦਰਜ ਕੀਤੇ ਆ। ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਜਦੋਂ ਇੱਕ ਬਹੁਤ ਵੱਡੇ ਅਖਬਾਰ ਨੇ ਇਹਨਾਂ ਸਾਰੇ ਕੇਸਾਂ ਦਾ ਐਨਾਲਿਸਿਸ ਕੀਤਾ ਤਾਂ ਉਹ ਕਹਿੰਦੇ ਕਿ 186 ਕੇਸ ਯਾਨੀ 65% ਕੇਸ ਜਿਹੜੇ ਆ ਉਹ ਛੋਟੇ ਕੇਸ ਆ। ਮਸਲਨ ਕੋਈ ਰਕਸ਼ੇ ਤੇ ਰੱਖੀ ਲਿਜਾ ਰਿਹਾ ਕੋਈ ਬੋਰੀ ਰੇਤ ਦੀ, ਉਹ ਬਰਾਮਦ ਹੋ ਗਈ ਹੈ ਜੀ। ਕੋਈ ਰੇੜੇ ਤੇ ਲੱਦੀ ਜਾ ਰਿਹਾ, ਉਹ ਬਰਾਮਦ ਹੋ ਗਈ ਹੈ ਜੀ। ਕੋਈ ਟਰਾਲੀ ਤੇ, ਕੋਈ ਟਰੈਕਟਰ ਤੇ, ਇਸ ਤਰ੍ਹਾਂ ਇੱਕ ਨੂੰ ਸਾਈਕਲ ਤੇ ਫੜ ਲਿਆ ਇਹਨਾਂ ਨੇ ਕਿ ਸਾਈਕਲ ਤੇ ਮਾਈਨਿੰਗ ਕਰ ਰਿਹਾ। ਤਾਂ ਮਤਲਬ ਕਿ ਐਸੇ ਕੇਸ ਨੇ। ਫਾਜ਼ਿਲਕਾ ਦੇ ਵਿੱਚ ਤੇ 5 ਕਿਲੋ ਰੇਤ ਨਾਲ ਫੜ ਲਿਆ ਸੀ ਇੱਕ ਗਰੀਬ ਇਹਨਾਂ ਨੇ।
ਕਹਿੰਦੇ ਜੀ ਇਹ ਵੀ ਮਾਈਨਿੰਗ ਕਰਕੇ ਆਇਆ। ਤਾਂ ਉਹ ਰੇੜੇ ਸਾਈਕਲ ਇਹੋ ਜਿਹੀਆਂ ਬਰਾਮਦਗੀਆਂ ਨੇ ਤਕਰੀਬਨ 65% ਕੇਸਾਂ ਦੇ ਵਿੱਚ, ਬਾਕੀ ਜਿਹੜੇ ਆ ਉਹ ਥੋੜੇ ਦੂਸਰੇ ਨੇ। ਤਾਂ ਦੂਜੇ ਪਾਸੇ ਜਿਹੜਾ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਦੇਖੋ ਜੀ 100 ਦਿਨ ਦੇ ਵਿੱਚ 158 ਇਲੀਗਲ ਜਿਹੜੀਆਂ ਮਾਈਨਿੰਗ ਸਾਈਟਸ ਸੀਗੀਆਂ ਉਹ ਬੰਦ ਕਰਵਾਈਆਂ ਨੇ। ਉਹਦੇ ਵਿੱਚ ਹੁਣ ਪਤਾ ਨਹੀਂ ਕਿੰਨਾ ਕੁ ਸੱਚ ਆ, ਕਿੰਨਾ ਕੁ ਉੱਥੇ ਹਾਲੇ ਵੀ ਕੰਮ ਚੱਲਦਾ। ਪਰ ਬਾਅਦ ਦੇ ਵਿੱਚ ਤੁਸੀਂ ਦੇਖਿਆ ਹੋਣਾ ਸੁਖਪਾਲ ਖਹਿਰਾ ਹੋਰਾਂ ਨੇ ਜਾਂ ਕੁਝ ਹੋਰ ਜਿਹੜੇ ਐਕਟਿਵ ਬੰਦੇ ਨੇ ਉਹਨਾਂ ਨੇ ਵੀ ਵੀਡੀਓ ਜਿਹੜੀਆਂ ਬਣਾ ਕੇ ਪਾਈਆਂ ਸੀਗੀਆਂ ਕਿ ਇੱਥੇ ਵੀ ਚੱਲ ਰਹੀ ਆ ਮਾਈਨਿੰਗ, ਇੱਥੇ ਵੀ ਚੱਲ ਰਹੀ ਆ। ਤਾਂ ਕੁੱਲ ਮਿਲਾ ਕੇ ਰੇਤ ਦੇ ਰੇਟ ਥੱਲੇ ਨਹੀਂ ਆਏ ਔਰ ਮਾਈਨਿੰਗ ਵੀ ਸਾਰੀ ਬੰਦ ਹੋ ਗਈ ਹੋਏਗੀ। ਹਾਲਾਂਕਿ ਵੱਡਾ ਐਕਸ਼ਨ ਇਹਨਾਂ ਨੇ ਇਹ ਕੀਤਾ ਸੀਗਾ ਕਿ ਇੱਕ ਸਾਬਕਾ ਐਮਐਲਏ ਵੀ ਇਹਨਾਂ ਨੇ ਫੜਿਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਬਕਾ ਐਮਐਲਏ ਤੇ ਜਦੋਂ ਮੌਜੂਦਾ ਐਮਐਲਏ ਹੋਊਗਾ ਉਹ ਉਦੋਂ ਕਿੰਨੇ ਕੁ ਕ੍ਰਸ਼ਰ ਜਿਹੜੇ ਆ ਚਲਾ ਕੇ ਤੇ ਮੁੱਛਦਾ ਹੋਊਗਾ ਨੋਟ ਜੀ। ਤਾਂ ਉਹਦੇ ਵਿੱਚ ਕਿੰਨੇ ਵੱਡੇ ਵੱਡੇ ਘਾਗ ਲੋਕ ਹੋਣਗੇ ਸ਼ਾਮਲ, ਜਿਹੜੀ ਕਿ ਕਹਾਣੀ ਸਾਰੇ ਪੰਜਾਬੀ ਜਾਣਦੇ ਹੀ ਆ ਕਿ ਕਿਸ ਤਰ੍ਹਾਂ ਰੇਤ ਕਿੰਨਾ ਖਾਧਾ ਗਿਆ ਔਰ ਪਤਾ ਨਹੀਂ ਚਵਨਪ੍ਰਾਸ਼ ਵੀ ਕਿਹੜਾ ਰੱਖਿਆ ਕਿ ਸਾਰਾ ਕੁਝ ਹਜ਼ਮ ਕਰ ਲੈਂਦੇ ਨੇ ਉਹਦੇ ਨਾਲ। ਤਾਂ ਬਹਰਹਾਲ ਇਹ ਜਿਹੜੀ ਗੱਲ ਕਹਿ ਰਹੇ ਆ ਕਿ ਇਲੀਗਲ ਮਾਈਨਿੰਗ ਬੰਦ ਹੋ ਗਈ ਆ, ਬੰਦ ਕੋਈ ਨਹੀਂ ਹੋਈ ਜੀ, ਘਟੀ ਜ਼ਰੂਰ ਆ। ਥੋੜਾ ਬਹੁਤਾ ਫਰਕ ਜ਼ਰੂਰ ਪੈਂਦਾ ਕਿਉਂਕਿ ਜਦੋਂ ਟੋਟਲ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲੀਗਲ ਮਾਈਨਿੰਗ ਬੰਦ ਕਰੋਗੇ, ਰੇਟ ਘਟਣਗੇ, ਉਹਦਾ ਅਸਰ ਦਿਸੇਗਾ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਤੁਹਾਡੇ ਕੋਲ ਹਾਲ ਦੀ ਘੜੀ ਕੋਈ ਮਾਈਨਿੰਗ ਪਾਲਿਸੀ ਹੈ ਨਹੀਂ ਨਵੀਂ। ਜਿਵੇਂ ਤੁਸੀਂ ਐਕਸਾਈਜ਼ ਪਾਲਿਸੀ ਤੇ ਲਿਆਂਦੀ, ਮਾਈਨਿੰਗ ਪਾਲਿਸੀ ਤੇ ਹਾਲੇ ਕੰਮ ਕਰਨਾ ਬਾਕੀ ਹੈ। ਜਦੋਂ ਆਏਗੀ ਫਿਰ ਉਹਦੇ ਰਿਜ਼ਲਟ ਜਦੋਂ ਆਉਣਗੇ ਵੇਖੀ ਜਾਊਗੀ, ਉਦੋਂ ਕਿੰਨਾ ਰੈਵਨਿਊ ਵੱਧਦਾ, ਕਿੰਨਾ ਰੇਟ ਘਟਦਾ। ਵੈਸੇ ਇਹਦੇ ਤੇ ਚੈਲੰਜ ਹੋ ਚੁੱਕਾ ਹੈ। ਰਾਜਾ ਵੜਿੰਗ ਨੇ ਸਦਨ ਦੇ ਵਿੱਚ ਕਿਹਾ ਸੀਗਾ ਕਿ ਜੇ ਤੁਸੀਂ ਇਹਦੇ ਚੋਂ 20,000 ਕਰੋੜ ਕੱਢ ਦਿਓ ਤੇ ਮੈਂ ਇੱਥੇ ਵੜਦਾ ਹੀ ਨਹੀਂ ਹੈ। ਹੁਣ ਦੇਖਣਾ ਹੋਏਗਾ, ਉਹ ਤਾਂ ਬਾਅਦ ਦਾ ਪਾਰਟ ਹੈ, ਪਰ ਰੇਤ ਦੇ ਰੇਟ ਹਾਲੇ ਵੀ ਜਿਹੜੇ ਆ ਉੱਚੇ ਆ। ਔਰ ਤੁਹਾਨੂੰ ਪਤਾ ਜਿਹੜੀ ਕੰਸਟਰਕਸ਼ਨ ਸਮੱਗਰੀ ਆ ਜਿੰਨੀ ਉਹ ਮਹਿੰਗੀ ਹੋਏਗੀ ਕੰਸਟਰਕਸ਼ਨ ਘਟੇਗਾ, ਔਰ ਜਿੰਨੀ ਕੰਸਟਰਕਸ਼ਨ ਘਟੇਗੀ ਉਨੀ ਬੇਰੁਜ਼ਗਾਰੀ ਵਧੇਗੀ। ਜੀ ਜੀ। ਤੇ ਇੱਕ ਮਿੰਟੂ ਜੀ ਬਰੀਫਲੀ ਦੱਸਿਓ ਜਿਹੜਾ ਪੰਜਾਬ ਦਾ ਮੰਡੀ ਟੈਕਸ ਆ ਉਹਦੇ ਤੇ ਵੀ ਕੇਂਦਰ ਸਰਕਾਰ ਦੀ ਆਖਿਆ ਜੀ ਹੁਣ। ਹਾਂਜੀ ਬਿਲਕੁਲ, ਇਹ ਇੱਕ ਚਿੰਤਾ ਵਾਲੀ ਗੱਲ ਆ। ਹਾਲਾਂਕਿ ਇਹ ਜਿਹੜੀ ਚਿੰਤਾ ਹੌਲੀ ਹੌਲੀ ਫੈਲੇਗੀ ਜਿਵੇਂ ਜਿਵੇਂ ਥੱਲੇ ਗੱਲ ਜਾਏਗੀ। ਪਰ ਸਾਡੇ ਜਿਹੜੇ ਜ਼ਿੰਮੇਵਾਰ ਲੋਕ ਨੇ, ਚਾਹੇ ਉਹ ਮੀਡੀਆ 'ਚ ਰਹਿੰਦੇ ਹੋਣ, ਚਾਹੇ ਉਹ ਪੋਲਿਟਿਕਸ 'ਚ ਰਹਿੰਦੇ ਹੋਣ, ਚਾਹੇ ਉਹ ਬੁੱਧੀਜੀਵੀ ਹੋਣ, ਇਹ ਥੋੜ੍ਹਾ ਜਿਹਾ ਨਾ ਲੇਟ ਚੱਲਦੇ ਨੇ ਅਸਲ ਦੇ ਵਿੱਚ। ਕਿ ਇਹ ਸਾਰੀ ਕਹਾਣੀ ਜਿਹੜੀ ਹੈ ਸਾਨੂੰ ਪਹਿਲਾਂ ਹੀ ਸਮਝ ਲੈਣੀ ਚਾਹੀਦੀ, ਉਸ ਦੇ ਮੁਤਾਬਕ ਕਿ ਅਸੀਂ ਆਪਣੀ ਪਬਲਿਕ ਨੂੰ ਅਵੇਅਰ ਕਰ ਦਈਏ। ਤਾਂ ਹੋਇਆ ਕਿ ਪਿਛਲੇ ਦਿਨੀ ਸਾਰੇ ਉੱਥੇ ਖੇਤੀ ਮੰਤਰੀ ਜੁੜੇ ਸਨ। ਇੱਕ ਬਹੁਤ ਵੱਡੀ ਮੀਟਿੰਗ ਸੀ, ਸ਼ਾਇਦ ਦਿੱਲੀ ਦੇ ਵਿੱਚ ਹੀ ਸੀਗੀ। ਤਾਂ ਉੱਥੇ ਕੀ ਮੁੱਦਾ ਉੱਠਿਆ? ਉੱਥੇ ਮੁੱਦਾ ਇਹ ਉੱਠਿਆ ਕਿ ਜਿਹੜਾ ਮੰਡੀ ਟੈਕਸ ਆ, ਮਤਲਬ ਕਿ ਮੰਡੀ ਤੋਂ ਆਪਾਂ ਟੈਕਸ ਭਾਵ ਜਿਹੜਾ ਆਪਾਂ ਦੇਖਦੇ ਆ ਕਿ RDF ਲਾ ਲਓ, ਜਿਹੜਾ ਬਹੁਤ ਚਰਚਾ ਦਾ ਵਿਸ਼ਾ ਰਹਿੰਦਾ, ਰੂਰਲ ਡਿਵੈਲਪਮੈਂਟ ਫੰਡ, ਕਿ MSP ਤੋਂ ਬਾਅਦ ਐਕਸਟਰਾ ਜਿਹੜਾ ਉਹ ਟੈਕਸ ਲੱਗਦਾ ਹੈ ਤਾਂ ਉਹ ਸਾਨੂੰ ਤਕਰੀਬਨ 6% ਮਿਲਦਾ। ਪੰਜਾਬ ਨੂੰ ਸਭ ਤੋਂ ਜ਼ਿਆਦਾ ਮਿਲਦਾ ਉਹ 6%, ਹਰਿਆਣੇ ਨੂੰ 4%। ਇਹਦੇ ਵਿੱਚ ਆੜਤੀਆਂ ਦਾ ਜਾਂ ਜਿਹੜਾ ਸੋਸਾਇਟੀਜ਼ ਦਾ ਕਮਿਸ਼ਨ ਹੁੰਦਾ ਉਹਨੂੰ ਅਲੱਗ ਰੱਖ ਦਿਓ ਤਾਂ ਬਹੁਤ ਵੱਡੀ ਰਕਮ ਆਉਂਦੀ ਹੈ। ਜਿਵੇਂ ਲਾ ਲਓ ਕਿ 11,300 ਕਰੋੜ ਰੁਪਈਆ ਇੱਕ ਸਾਲ ਦਾ ਮੰਡੀ ਟੈਕਸ ਹੁੰਦਾ ਹੈ। ਤਾਂ ਇਹ ਜਿਹੜਾ 61% ਆ ਉਹ ਕੱਲਾ ਹਰਿਆਣੇ ਤੇ ਪੰਜਾਬ 'ਚ ਆ ਜਾਂਦਾ, ਔਰ 61 ਦੇ ਵਿੱਚੋਂ ਵੀ ਬਹੁਤ ਵੱਡੀ ਰਕਮ ਅਸੀਂ ਲੈ ਜਾਂਦੇ ਹਾਂ। ਤੇ ਇਹਦਾ ਮਤਲਬ ਉਹ ਕੀ ਕਹਿ ਰਿਹਾ? ਉਹ ਕਹਿ ਰਿਹਾ ਕਿ ਮੰਡੀਆਂ ਦਾ ਸਾਰਾ, ਸਮੁੱਚੀਆਂ ਮੰਡੀਆਂ ਜਿਹੜੀਆਂ ਇੰਡੀਆ ਦੇ ਵਿੱਚ, ਸਾਰੀਆਂ ਦਾ ਟੈਕਸ ਇੱਕੋ ਜਿਹਾ ਕਰ ਦਿਓ ਤਾਂ ਸਭ ਤੋਂ ਜ਼ਿਆਦਾ ਲਾਸ ਫਿਰ ਉਹਨੂੰ ਹੀ ਹੋਏਗਾ ਜਿਹਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ। ਤੇ ਉਹ ਕੌਣ ਹੈ? ਉਹ ਆਪਾਂ ਜੀ। ਤੇ ਇੱਕ ਬਰੀਫਲੀ ਦੱਸਿਓ ਜੀ, ਇੱਕ ਸਿੱਖ IPS ਅਫਸਰ ਨੇ ਕੋਈ ਬਿਆਨ ਦਿੱਤਾ, ਉਹਦੇ ਕਰਕੇ ਕੌਮੀ ਰਾਜਨੀਤੀ ਦੇ ਵਿੱਚ ਉਬਾਲ ਆ ਗਿਆ। ਕੀ ਗੱਲ ਹੋਈ ਜੀ? ਜੀ ਦੇਖੋ, ਬਿਲਕੁਲ ਬਹੁਤ ਵੱਡਾ ਇਸ ਵੇਲੇ ਇੱਕ ਝਗੜਾ ਸਟਾਰਟ ਹੋ ਗਿਆ। ਇਹ SSP ਹੈ ਮਾਨਵਜੀਤ ਸਿੰਘ ਢਿੱਲੋਂ। ਇਹਨਾਂ ਨੇ ਇੱਕ PC ਕੀਤੀ ਸੀ ਕਿ PFI ਦੇ ਕੁਝ ਇਹਨਾਂ ਨੇ ਮੈਂਬਰਾਂ ਫੜੇ ਸੀ। ਤਾਂ ਇਹਨਾਂ ਨੇ PC ਦੇ ਵਿੱਚ ਇਹ ਕਿਹਾ ਕਿ ਜਿਸ ਤਰ੍ਹਾਂ RSS ਦੇ ਕਾਰਕੁਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਮਤਲਬ ਕਿ ਫਿਜ਼ੀਕਲ ਫਿਟਨੈਸ ਦੇ ਬਹਾਨੇ ਬੁਲਾ ਕੇ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਕੁਝ ਚੀਜ਼ਾਂ ਭਰੀਆਂ ਜਾਂਦੀਆਂ, ਠੀਕ ਹੈ PFI ਵਾਲੇ ਵੀ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਸੀ। ਮਤਲਬ ਕਿ ਸਰੀਰਕ ਟ੍ਰੇਨਿੰਗ ਦੇ ਬਹਾਨੇ, ਮਾਰਸ਼ਲ ਆਰਟ ਦੇ ਬਹਾਨੇ ਇਹ ਇਸ ਤਰ੍ਹਾਂ ਦੀ ਕਹਿ ਲਓ ਗਤੀਵਿਧੀ ਕਰ ਰਹੇ ਸੀ। ਤਾਂ ਇਸ ਤੋਂ ਬਾਅਦ ਇੱਕ ਬਹੁਤ ਵੱਡੀ ਕੰਟਰੋਵਰਸੀ ਜਿਹੜੀ ਹੈ ਛਿੜ ਚੁੱਕੀ ਆ। ਸਵੇਰ ਨੂੰ ਤੇ ਮੇਰੇ ਖਿਆਲ ਦੇ ਨਾਲ ਲਾਲਾ ਪੂਰੀ ਹੋ ਜਾਊਗੀ।
RSS ਵਾਲੇ ਤੱਤੇ ਹੋਏ ਪਏ ਆ, ਭਾਰਤੀ ਜਨਤਾ ਪਾਰਟੀ ਵਾਲੇ ਆਖਿਆ ਕਿ ਇਹਨੂੰ ਨੌਕਰੀ ਤੋਂ ਕੱਢ ਦਿਓ, ਜਦ ਕਿ RJD ਵਾਲੇ ਜਾਂ HAM ਵਾਲੇ ਜਿਹੜੇ ਆ ਉਹਨਾਂ ਨੇ ਸਮਰਥਨ ਕੀਤਾ। ਕੁਝ ਸਮਰਥਨ ਜੁਟ ਰਿਹਾ ਹੈ, ਪਰ ਵਿਰੋਧ ਵੀ ਬਹੁਤ ਤਗੜਾ ਹੋ ਰਿਹਾ ਮਨਵਜੀਤ ਸਿੰਘ ਢਿੱਲੋਂ ਦਾ। ਵੈਸੇ ਜੇ ਦੇਖੀਏ ਤੇ ਕੋਈ ਗੱਲ ਉਹਨੇ ਗਲਤ ਨਹੀਂ ਕਹੀ, ਪਰ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਡਿਬੇਟ ਹੁੰਦਾ ਤਾਂ ਉਹਦੇ 'ਚ ਤਰਕ ਘੱਟ ਹੁੰਦੇ ਆ, ਉਹਦੇ 'ਚ ਫਰਕ ਜ਼ਿਆਦਾ ਨਜ਼ਰ ਆਉਂਦੇ। ਫਰਕ ਕੀ ਕਿ ਉਹ ਸਿੱਖ ਹੈ, ਫਲਾਣਾ ਉਹ ਹੈ, ਫਲਾਣਾ ਉਹ ਹੈ, ਤੇ ਫਲਾਣੇ ਦੀ ਵਿਚਾਰਧਾਰਾ ਇਹ ਆ, ਉਹ ਫਿਰ ਸਾਰੇ ਨੁਕਸ ਨਿਕਲ ਆਉਂਦੇ ਆ। ਤੇ ਅਸਲ ਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਆ ਉਹ ਗੱਲ ਪਿੱਛੇ ਛੁੱਟ ਜਾਂਦੀ ਆ, ਫਿਰ ਇਸ ਤਰ੍ਹਾਂ ਦਾ ਬਹਿਸ ਮੁਬਾਹਿਸਾ ਜਿਹੜਾ ਉਹ ਦੂਸਰੀ ਦਿਸ਼ਾ ਵੱਲ ਵੱਧ ਜਾਂਦਾ ਆ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ? ਖੁਸ਼ਨੁਮਾ ਖਬਰ ਸਾਡੇ ਕੋਲ ਇਹ ਹੈ ਜਿਹੜੀ ਉਹ ਲਵ ਕਪਲ ਨਾਲ ਜੁੜੀ ਹੈ, ਇੱਕ ਪ੍ਰੇਮੀ ਜੋੜੇ ਨਾਲ ਜੁੜੀ ਹੈ, ਜਿਨ੍ਹਾਂ ਨੇ 6 ਸਾਲ ਜਦੋਜਹਿਦ ਕੀਤੀ। ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਕਿ ਕਿਤੇ ਇਕੱਠੇ ਹੋ ਜਾਈਏ। ਹਰਜੀਤ ਹਰਮਨ ਨੇ ਗਾਇਆ ਸੀ ਨਾ, ਹੁਣ ਰੱਬੀ ਜਾਂ ਸਬੱਬੀ ਮੇਲ ਹੋਣਗੇ ਵੇ ਵੰਡੇ ਗਏ ਪੰਜਾਬ ਦੀ ਤਰ੍ਹਾਂ। ਤਾਂ ਇਹ ਪਹਿਲਾਂ ਹੀ ਵੰਡੇ ਹੋਏ ਸੀ, ਇਕੱਠੇ ਹੋਣ ਲਈ ਦੁਆ ਕਰਦੇ ਸੀਗੇ। ਤਾਂ ਅਖੀਰ 6 ਸਾਲਾਂ ਦੀ ਜਦੋਜਹਿਦ ਤੋਂ ਬਾਅਦ ਸ਼ੁਮਾਇਲਾ ਕੁੜੀ ਜਿਹੜੀ ਕਿ ਈਸਾਈ ਭਾਈਚਾਰੇ ਨਾਲ ਤਾਲੁਕ ਰੱਖਦੀ ਹੈ ਪਾਕਿਸਤਾਨ ਦੇ ਵਿੱਚ, ਉਹ ਵੀ ਮਾਈਨੋਰਟੀ ਹੈ, ਤਾਂ ਉਹ ਇੱਧਰ ਆਉਂਦੀ ਆ। ਹੁਣ ਸ਼ਾਦੀ ਹੋਈ ਹੈ ਇਹਨਾਂ ਦੀ, ਤਾਂ ਉਸ ਤੋਂ ਬਾਅਦ ਪਹਿਲੀ ਦਫਾ ਉਹ ਕੁੜੀ ਬੋਲੀ ਆ ਮੀਡੀਆ ਦੇ ਮਤਲਬ ਕਿ ਰੂਬਰੂ ਹੋ ਕੇ। ਉਸਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਉਹ ਕਹਿੰਦੀ ਲੋਕ ਗੀਤ, ਲੋਕ ਕਥਾਵਾਂ ਸਭ ਕੁਝ ਸਾਂਝਾ, ਪਹਿਰਾਵੇ, ਖਾਣ ਪੀਣ ਦੇ ਤੌਰ ਤਰੀਕੇ ਸਾਰੇ ਇੱਕੋ ਜਿਹੇ ਆ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਿੰਦੇ ਸਾਂਝੀ ਪੰਜਾਬੀ ਬੋਲਦੇ ਆ, ਅਨਿਖੜਾਂਗੇ। ਫਿਰ ਦੋਵਾਂ ਦੇ ਵਿੱਚ ਇੱਕ ਨਫ਼ਰਤ ਦੀ ਲਕੀਰ ਕਿਉਂ? ਬਹੁਤ ਵੱਡੀ ਗੱਲ ਕਹੀ ਆ ਕੁੜੀ ਨੇ। ਬਿਲਕੁਲ ਇਹਦੇ ਤੋਂ ਸਾਨੂੰ ਵੇਖਣਾ ਚਾਹੀਦਾ, ਸੋਚਣਾ ਚਾਹੀਦਾ ਕਿ ਨਫ਼ਰਤ ਦੀ ਲਕੀਰ ਕਿਉਂ। ਵੈਸੇ ਉਹ ਕਿਸੇ ਨੇ ਕਿਹਾ ਸੀਗਾ, ਮੇਰੇ ਖਿਆਲ ਦੇ ਨਾਲ ਬਸ਼ੀਰ ਬਦਰ ਸਾਹਿਬ ਨੇ ਕਿਹਾ ਸੀਗਾ, वो दिलों में आग लगाएगा, मैं दिलों की आग बजाऊंगा, उससे अपने काम से काम है, मुझे अपने काम से काम है। तो मतलब यही है कि मुहब्बत अपना काम करे, नफरत फैलाने वाले जेड़े वो अपना काम करता। मेरे ख्याल दे नाल जितेगी अखीर मुहब्बत ही।